अस्सलाम वालेकुम। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 8 ਫਰਵਰੀ ਨੂੰ ਇਲੈਕਸ਼ਨ ਹੋ ਰਹੇ ਨੇ ਤੇ ਜਨਾਬ ਇਹੀ ਉਹ ਟਾਈਮ ਹੈ ਕਿ ਜਦੋਂ ਅਸੀਂ ਆਪਣੇ ਮੁਲਕ ਦੀ ਹਾਲਤ ਨੂੰ ਬਦਲ ਸਕਨੇ ਆ, ਆਪਣੇ ਮੁਲਕ ਵਾਸਤੇ ਅਸੀਂ ਕੁਝ ਅੱਛਾ ਕਰ ਸਕਨੇ ਆ, ਆਪਣੀ ਆਉਣ ਵਾਲੀਆਂ ਨਸਲਾਂ ਵਾਸਤੇ ਅਸੀਂ ਕੁਝ ਅੱਛਾ ਕਰ ਸਕਨੇ ਆ। ਤੇ ਜਨਾਬ ਨਹੀਂ ਤਾਂ ਅਸੀਂ 5 ਸਾਲ ਅਗਲੇ ਤੇ ਕੁਝ ਵੀ ਨਹੀਂ ਕਰ ਸਕਦੇ। ਉਸ 5 ਸਾਲਾਂ 'ਚ ਸਾਡੇ ਮੁਲਕ ਦਾ ਕੀ ਬੇੜਾ ਗਰਕ ਹੋਈਏ ਇਹ ਵੀ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਤੇ ਜਨਾਬ ਆਪਣਾ ਵੋਟ ਤੁਹਾਡਾ ਜਿਹੜਾ ਨਾ ਇੱਕ ਤੁਹਾਡਾ ਹੱਕ ਹੈ, ਫਰਜ਼ ਹੈ ਤੁਹਾਡਾ ਵੀ ਤੁਸੀਂ ਇੱਕ ਅੱਛੇ ਲੀਡਰ ਨੂੰ ਮੁੰਤਖਬ ਕਰੋ, ਠੀਕ ਹੈ ਨਾ, ਅੱਛੇ ਬੰਦੇ ਦਾ ਸਾਥ ਦਿਓ। ਤੇ ਅਸੀਂ ਸਾਰੀ ਜ਼ਿੰਦਗੀ ਲੋਕਾਂ ਨੇ ਵੋਟ ਦਿੱਤੇ ਨੇ ਆਪਣੇ ਚੌਧਰੀ ਪਿੱਛੇ, ਆਪਣੇ ਰਿਸ਼ਤੇਦਾਰ ਪਿੱਛੇ, ਆਪਣੇ ਯਾਰ ਪਿੱਛੇ, ਆਪਣੇ ਦੋਸਤ ਪਿੱਛੇ ਵੋਟ ਦਿੱਤੇ ਨੇ, ਠੀਕ ਹੈ ਨਾ। ਲੇਕਿਨ ਇਹ ਕਿ ਵੋਟ ਆਪਣੇ ਦਿਲ ਕੋਲ ਪੁੱਛ ਕੇ ਦਿਓ ਵੋਟ ਦਾ ਹੱਕਦਾਰ ਕੌਣ, ਇਮਾਨਦਾਰ ਬੰਦੇ ਨੂੰ ਵੋਟ ਦਿਓ ਕਿ ਸਾਡਾ ਮੁਲਕ ਜਿਹੜਾ ਨਾ ਉਹ ਤਰੱਕੀ ਕਰ ਸਕੇ। ਤੈਨੂੰ ਪਤਾ ਵੀ ਜਿੰਨਾ ਵੀ ਹਰ ਕੋਈ ਬੰਦਾ ਪੜ੍ਹਿਆ ਲਿਖਿਆ ਜਿਹੜਾ ਪੜ੍ਹਦਾ ਉਹ ਮੁਲਕ 'ਚ ਬਾਹਰ ਨਹੀਂ ਚਲਾ ਜਾਂਦਾ, ਠੀਕ ਹੈ ਨਾ, ਪਿੱਛੇ ਰਹਿ ਕੌਣ ਜਾਂਦੇ ਨੇ, ਬਾਕੀ ਟੈਕਸ ਦੇਣ ਨੂੰ ਤੇ ਗੁਰਬਤ ਕੱਟਣ ਨੂੰ ਪਿੱਛੇ ਅਸੀਂ ਮਤਲਬ ਆਮ ਲੋਕ ਰਹਿ ਜਾਂਦੇ ਨੇ। ਤੇ ਇਹ ਤਾਂ ਸਾਡੇ ਪੜ੍ਹੇ ਲਿਖੇ ਲੋਕ ਜਾ ਕੇ ਬਾਹਰ ਦੇ ਮੁਲਕਾਂ 'ਚ ਕੀ ਕਰਦੇ ਨੇ, ਦਰਜਾ ਚਹਾਰਮ ਦੀਆਂ ਜਾ ਕੇ ਨੌਕਰੀਆਂ ਕਰਦੇ ਨੇ, ਡਰਾਈਵਰੀਆਂ ਕਰਦੇ ਨੇ, ਲੋਕਾਂ ਦੀ ਪੀਜ਼ਾ ਡਿਲੀਵਰੀਆਂ ਕਰਦੇ ਨੇ, PhD ਕੀਤੇ ਲੋਕ। ਅਸੀਂ ਜਿੰਦਰ ਆਪਣੇ ਮੁਲਕ ਨੂੰ ਖੁਦ ਨਹੀਂ ਨਾ ਬਦਲਾਂਗੇ ਸਾਡਾ ਮੁਲਕ ਨਹੀਂ ਬਦਲ ਸਕਦਾ ਹੈਗਾ। ਸਾਨੂੰ ਆਪਣੇ ਮੁਲਕ ਨੂੰ ਬਦਲਣ ਲਈ ਖੁਦ ਆਪ ਕੁਛ ਕਰਨਾ ਪਏਗਾ, ਠੀਕ ਹੈ। ਜੇ ਹਰ ਕੋਈ ਬੰਦਾ ਮੁਲਕ ਨੂੰ ਛੱਡ ਕੇ ਤਾਂ ਚਲਾ ਜਾਏਗਾ ਤਾਂ ਮੁਲਕ ਨੂੰ ਕੌਣ ਸਵਾਰੇਗਾ? ਮੁਲਕ ਨੂੰ ਸਵਾਰਨਾ ਪਏਗਾ ਸਾਨੂੰ ਆਪ, ਕਿਉਂਕਿ ਚੌਧਰੀ ਪਿੱਛੇ ਵੋਟ ਦੇ, ਠੀਕ ਹੈ ਨਾ, ਆਪਣੇ ਰਿਸ਼ਤੇਦਾਰ ਪਿੱਛੇ, ਯਾਰ ਦੋਸਤ ਪਿੱਛੇ ਤੇਰਾ ਵੋਟ ਹੈ, ਕੋਈ ਮਜ਼ਾਕ ਨਹੀਂ ਹੈਗਾ। ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕਰਨਾ ਸਿੱਖੋ। ਸਾਡਾ ਵੋਟ ਜਿਹੜੀ ਬੜੀ ਤਾਕਤ ਰੱਖਦਾ ਹੈ, ਇਹ ਸਾਡੇ ਕੋਲ ਵੋਟ ਲੈਣ ਲਈ ਤਾਂ ਸਾਰੇ ਆ ਜਾਂਦੇ ਨੇ। ਅਸੀਂ ਆਪਣੇ ਲੀਡਰ ਮੁੰਤਖਬ ਕਰਨਾ ਤੇ ਅੱਛਾ ਲੀਡਰ ਮੁੰਤਖਬ ਕਰਨਾ ਹੈ ਕਿ ਜਿਹੜਾ ਸਾਡੇ ਮੁਲਕ ਵਾਸਤੇ ਬਿਹਤਰ ਹੋਵੇ, ਠੀਕ ਹੈ ਨਾ। ਆਪਣੇ ਦਿਲ ਕੋ ਪੁੱਛੋ, ਕਿਸੇ ਪਿੱਛੇ ਵੋਟ ਨਾ ਦਿਓ। ਇਹ ਵੋਟ ਤੁਹਾਡਾ ਹੱਕ ਹੈ, ਸਹੀ ਇਸਤੇਮਾਲ ਕਰਨਾ, ਠੀਕ ਹੈ ਨਾ। ਇਹਨੂੰ ਕੋਈ ਇੱਕ ਆਮ ਜੀ ਪਰਚੀ ਨਾ ਸਮਝੋ, ਬਸ ਤੁਸੀਂ ਕਿਸੇ ਦਾ ਠੱਪਾ ਲਾਤੇ ਨਾ ਸਮਝੋ। ਇਹ ਤੁਸੀਂ ਆਪਣੇ ਇੱਕ ਮੁਲਕ ਦਾ 5 ਸਾਲ ਵਾਸਤੇ ਸਾਰੀ ਤਕਦੀਰ ਉਹਦੇ ਹੱਥ 'ਚ ਦੇ ਦਿੰਦੇ ਵੀ ਜਿਵੇਂ ਮਰਜ਼ੀ ਲਿਖ ਦੇ, ਠੀਕ ਹੈ ਨਾ। ਸਾਡੇ ਮੁਲਕ ਨੂੰ ਜਿੱਧਰ ਮਰਜ਼ੀ ਲੈ ਜਾਣ, ਠੀਕ ਹੈ ਨਾ। ਇਹ ਕਿ ਆਪਣਾ ਮੁਲਕ ਨੂੰ ਸੰਵਾਰ ਲਓ। ਇਹ 5 ਸਾਲ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਹੈਗੇ। ਉਹਨਾਂ 5 ਸਾਲਾਂ 'ਚ ਤੁਹਾਡਾ ਮੁਲਕ ਕਿੰਨਾ ਮਤਲਬ ਗਰੀਬ ਹੋਈਏ, ਕਿੰਨੇ ਟੈਕਸ ਕਰਦੇ ਜਾਂ ਕੀ ਤੁਹਾਡੇ ਮੁਲਕ ਦਾ ਗਿਰਵੀ ਰੱਖਿਆ ਜਾਏ, ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ। ਇਹੀ ਟਾਈਮ ਹੈ ਆਪਣੇ ਮੁਲਕ ਨੂੰ ਬਚਾਉਣ ਦਾ, ਠੀਕ ਹੈ, ਆਪਣੇ ਵੋਟ ਦੀ ਤਾਕਤ ਨੂੰ ਇਸਤੇਮਾਲ ਕਰਨ ਦਾ, ਠੀਕ ਹੈ ਨਾ। ਸਾਨੂੰ ਇਸ ਨੌਜਵਾਨ ਨਸਲ ਨੂੰ ਸੋਚਣਾ ਚਾਹੀਦਾ ਕਿ ਠੀਕ ਹੈ, ਨਹੀਂ ਤੇ ਸਾਡੇ ਵੀ ਆਉਣ ਵਾਲੇ ਬੱਚੇ ਜਿਹੜੇ ਨਾ ਉਹ ਵੀ ਇਦਾਂ ਪਰਦੇਸਾਂ 'ਚ ਬਾਹਰ ਧੱਕੇ ਖਾਣ ਜਾਣਗੇ। ਜਿਹੜਾ ਕੋਈ ਪਰਦੇਸੀ ਭਰਾ ਮੇਰੀ ਵੀਡੀਓ ਸੁਣਦਾ ਪਿਆ ਉਹਨੂੰ ਤੇ ਸਮਝ ਲੱਗਣੀ ਚਾਹੀਦੀ ਕਿ ਕਿੰਨੀ ਕੁ ਦੇਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਤੋਂ ਦੂਰ ਆਪਣੀਆਂ ਜਵਾਨੀਆਂ ਬਾਹਰ ਦੇ ਮੁਲਕਾਂ 'ਚ ਗਾਲ ਦਿੰਦੇ ਨੇ, ਠੀਕ ਹੈ ਨਾ। ਕੀ ਇੱਕ ਰਿਜ਼ਕ ਦੀ ਖਾਤਰ, ਰੋਜ਼ੀ ਦੀ ਖਾਤਰ ਸਾਡੇ ਮੁਲਕ 'ਚ ਕਿਉਂ ਨਹੀਂ ਇਹ ਚੀਜ਼ਾਂ ਆ ਗਈਆਂ? ਅਸੀਂ ਕਿਉਂ ਜਾ ਕੇ ਲੋਕਾਂ ਦੀ ਗੁਲਾਮੀ ਕਰ ਰਹੇ ਹਾਂ? ਸਿਰਫ ਸਾਡੇ ਮੁਲਕ 'ਚ ਗੈਰਤਮੰਦ ਲੀਡਰ ਨਹੀਂ ਹੈਗੇ ਯਾਰ। ਅਸੀਂ ਆਪਣਾ ਵੋਟ ਹੱਕ ਨਾਲ ਨਹੀਂ ਦਿੰਦੇ। ਅਸੀਂ ਵੋਟ ਦਿੰਦੇ ਹਾਂ ਮਾਮੇ ਪਿੱਛੇ, ਚਾਚੇ ਪਿੱਛੇ, ਠੀਕ ਹੈ ਨਾ। ਅਸੀਂ ਵੋਟ ਦਿੰਦੇ ਹਾਂ ਜੀ ਸਾਨੂੰ ਕਿਸੇ ਨੇ ਨਾਲ ਹੀ ਬਣਵਾ ਦਿੱਤੀ, ਸਾਨੂੰ ਸੋਲੰਗ ਬਣਵਾ ਦਿੱਤਾ ਹੈ, ਠੀਕ ਹੈ, ਤੇ ਅਸੀਂ ਉਹਨੂੰ ਵੋਟ ਦੇ ਦਿੰਦੇ ਹਾਂ। ਉਹ ਭਾਈ ਇਹਦੇ ਤੁਹਾਨੂੰ ਇੱਕ ਲੋਲੀਪੌਪ ਦਿੰਦੇ ਨੇ, ਤੁਸੀਂ ਤੇ ਵੋਟ ਪਾ ਦਿਓ 5 ਸਾਲ। ਤੁਹਾਨੂੰ ਜੇ ਕੋਈ 5-10 ਲੱਖ ਲਾ ਕੇ ਕੋਈ ਨਾਲ ਹੀ 4 ਬਣਾ ਦਿੰਦੇ ਨੇ ਨਾ, ਤੇ ਬਾਅਦ ਤੁਹਾਡੇ ਕੋ ਉਹਨੂੰ ਮਲਟੀਪਲਾਈ 10 ਗੁਣਾ 12 ਗੁਣਾ ਕਮਾਉਂਦੇ ਨੇ, ਉਸ ਤੋਂ ਬਹੁਤ ਤੱਕ ਹੈ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ ਹੈਗੇ। ਅਸੀਂ ਆਪਣੇ ਵੋਟ ਨੂੰ ਸਹੀ ਇਸਤੇਮਾਲ ਕਰਾਂਗੇ। ਆਪਣਾ ਅਜ਼ਮ ਕਰੋ। ਇਹ ਤੁਹਾਡਾ ਵੋਟ ਵੀ ਜਿਹੜਾ ਨਾ, ਅਗਰ ਤੁਸੀਂ ਕਿਸੇ ਬੁਰੇ ਇਨਸਾਨ ਨੂੰ ਸਪੋਰਟ ਕਰਦੇ ਹੋ ਨਾ, ਕੱਲ ਨੂੰ ਤੁਹਾਨੂੰ ਇਹਦੀ ਵੀ ਪੁੱਛ ਨਹੀਂ ਰੋਜ਼ੇ ਕਿਆਮਤ ਵੀ ਤੁਹਾਨੂੰ ਪਤਾ ਸੀ ਬੁਰਾ ਇਨਸਾਨ ਲੇਕਿਨ ਉਹਦੀ ਸਪੋਰਟ ਕੀਤੀ। ਅਗਰ ਤੁਸੀਂ ਉਹਦੇ ਵੋਟ ਦੇ ਦਿੰਦੇ ਹੋ, ਤੁਹਾਨੂੰ ਇਹਨਾਂ ਨਹੀਂ ਪਤਾ ਤੁਹਾਡੇ ਇੱਕ ਗਲਤ ਵੋਟ ਦੀ ਵਜ੍ਹਾ ਤੋਂ ਸਾਰੀ ਕੌਮ ਨੂੰ ਕਿਵੇਂ ਭੋਗਣਾ ਪੈਂਦਾ। ਅਗਰ ਕੋਈ 1 ਤੋਂ 10 ਤੋਂ 20 ਵੋਟਾਂ ਤੋਂ ਜਿੱਤਦਾ ਨਾ, ਤੇ ਸਾਰੀ ਕੌਮ ਨੂੰ ਭੋਗਣਾ ਪੈਂਦਾ ਹੈ ਕਿਸੇ ਗਲਤ ਇੱਕ ਦੀ ਵੋਟ ਦੀ ਵਜ੍ਹਾ ਤੋਂ। ਤੇ ਇਸ ਲਈ ਸਾਨੂੰ ਆਪਣੇ ਵੋਟ ਨੂੰ ਇੱਕ ਅਹਿਮੀਅਤ ਦੇਣੀ ਹੈ। ਅਸੀਂ ਆਪਣਾ ਵੋਟ ਐਵੇਂ ਨਹੀਂ ਦੇ ਦੇਣਾ। ਕਿਸੇ ਦੀ ਕੀ ਮਜਾਲ ਹੈ ਕੋਈ ਤੁਹਾਡਾ ਵੋਟ ਚੋਰੀ ਕਰ ਜੇ। ਅਸੀਂ ਖੁਦ ਆਪਣੇ ਵੋਟ ਨੂੰ ਇੱਜ਼ਤ ਨਹੀਂ ਦਿੰਦੇ। ਜੇ ਅਸੀਂ ਖੁਦ ਨੂੰ ਇੱਜ਼ਤ ਨਹੀਂ ਦੇਣੀ, ਸਾਨੂੰ ਦੂਸਰਿਆਂ ਨੂੰ ਇੱਜ਼ਤ ਕਿੱਥੋਂ ਦੇਣੀ? ਤੇ ਸਾਨੂੰ ਕੁਝ ਨਹੀਂ ਚਾਹੀਦਾ, ਸਾਨੂੰ ਗੈਰਤਮੰਦ ਆ ਕੇ ਲੀਡਰ ਚਾਹੀਦੇ ਨੇ ਬਸ, ਠੀਕ ਹੈ। ਤੇ ਮਾਂ ਕੋਈ ਭੈਣ ਮੇਰੀ ਅਗਰ ਕੋਈ ਵੀਡੀਓ ਸੁਣਦੀ ਪਈ ਹੈ ਤਾਂ ਇਸ ਚੀਜ਼ ਨੂੰ ਸੋਚੋ ਵੀ ਕਿੰਨੀ ਕੁ ਦੇਰ ਤੁਸੀਂ ਆਪਣੇ ਜਵਾਨਾਂ ਨੂੰ ਬਾਹਰ ਦੇ ਮੁਲਕਾਂ 'ਚ ਉਹਨਾਂ ਦੀਆਂ ਜਵਾਨੀਆਂ ਗਾਲਣ ਭੇਜੋਗੇ। ਜਵਾਨਾਂ ਦੀਆਂ ਸਾਰੀਆਂ ਜਵਾਨੀਆਂ ਬਾਹਰ ਗੁਜ਼ਰ ਜਾਂਦੀਆਂ ਨੇ। ਉਹਨਾਂ ਆਪਣੇ ਮੁਲਕ 'ਚ ਕੀ ਵੇਖਿਆ? ਆਪਣੇ ਪਿਆਰਿਆਂ ਤੋਂ ਦੂਰ ਰਹਿੰਦੇ ਨੇ। ਸਿਰਫ ਕਿ ਤੁਸੀਂ ਵੋਟ ਗਲਤ ਦਿੰਦੇ ਹੋ। ਇਹ ਕਿ ਅਸੀਂ ਵੋਟ ਕਿਸੇ ਚੌਧਰੀ ਪਿੱਛੇ ਨਹੀਂ ਕਿਸੇ ਨੂੰ ਵੋਟ ਦੇਣਾ। ਆਪਣੇ ਵੋਟ ਦਾ ਹੱਕ ਨੂੰ ਇਸਤੇਮਾਲ ਕਰੋ। 8 ਫਰਵਰੀ ਨੂੰ ਇਹ ਫੈਸਲਾ ਕਰੋ ਕਿ ਇਹ ਮੁਸਲਮਾਨਾਂ ਦਾ ਮੁਲਕ ਹੈ, ਇਹ ਆਜ਼ਾਦ ਮੁਲਕ ਹੈ, ਗੁਲਾਮ ਮੁਲਕ ਨਹੀਂ ਹੈਗਾ, ਸਹੀ ਹੈ। ਆਪਣੇ ਵੋਟ ਨੂੰ ਇੱਜ਼ਤ ਦਿਓ। ਇੱਜ਼ਤ ਆਪਣੇ ਆਪ ਨੂੰ ਦਿਓ। ਤੁਹਾਡਾ ਵੋਟ ਕੋਈ ਇਹ ਨਹੀਂ ਹੈ ਕੋਈ ਬਿਰਿਆਨੀ ਦੀ ਪਲੇਟ ਤੇ ਤੁਹਾਡਾ ਵੋਟ ਖਰੀਦ ਲੇ। ਤੁਹਾਡਾ ਵੋਟ ਕੋਈ 500 ਦੇ, ਕੋਈ 5000 ਤੇ, ਕੋਈ 20000 ਤੇ ਤੁਹਾਡਾ ਵੋਟ ਖਰੀਦ ਲੇ। ਅੱਗੇ ਸਾਰੀ ਉਮਰ ਤੁਹਾਡਾ ਨਾ ਇਹਨਾਂ ਸਿਆਸਤਦਾਨਾਂ ਨੇ ਖੇਡਿਆ ਹੈ ਕਿ ਤੁਸੀਂ ਸਿਆਸਤਦਾਨਾਂ ਨਾਲ ਖੇਡੋ। ਜਿਹੜਾ ਡਰਾਉਂਦਾ ਉਹਨੂੰ ਡਰਾਓ, ਜਿਹੜਾ ਖਰੀਦਦਾ ਨਾ ਅੱਗੋਂ ਤੁਹਾਨੂੰ ਪਤਾ ਉਹਦੇ ਨਾਲ ਕੀ ਕਰਨਾ। ਵੋਟ ਕਿਹਨੂੰ ਦੇਣਾ? ਜਿਹੜਾ ਹਰਾਮ ਦਾ ਪੈਸਾ ਕਿਸੇ ਹੋਰ ਨੂੰ ਲਾ ਖਰੀਦਣਗੇ,
ਇਹ ਵੀ ਤੁਹਾਨੂੰ ਪਤਾ ਹੁਣ ਇਹ ਪੈਸੇ ਨਾਲ ਵੀ ਕੀ ਕਰਨਾ, ਅਗਰ ਤੁਸੀਂ ਆਪ ਸਿਆਣੇ ਵੋਟ ਨਹੀਂ ਇਹ ਕਿ ਆਪਾਂ ਗਲਤ ਬੰਦੇ ਨੂੰ ਦੇਣਾ, ਕਿਉਂਕਿ ਅਸੀਂ ਹੋਰ ਆਪਣੀ ਨਸਲਾਂ ਨੂੰ ਤਬਾਹ ਨਹੀਂ ਕਰ ਸਕਦੇ। ਅਸੀਂ ਜੋ ਕੁਛ ਅਸੀਂ ਵੀ ਹਾਂ ਬਾਹਰ ਦੇ ਮੁਲਕਾਂ 'ਚ ਆਏ ਹਾਂ, ਅਸੀਂ ਵੇਖਦੇ ਹਾਂ ਇੱਥੇ ਬੱਚੇ ਜੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਕੀ ਹਕੂਕ ਨੇ, ਹਰ ਸ਼ੋਬੇ 'ਚ ਉਹਨਾਂ ਨੂੰ ਯਾਰ ਜਿਵੇਂ ਤਾਵਨ ਮਿਲਦਾ, ਮੈਡੀਕਲ 'ਚ, ਸਟੱਡੀ 'ਚ, ਸਪੋਰਟ 'ਚ, ਹਰ ਚੀਜ਼ ਦੁਨੀਆ ਦੇ ਸ਼ੋਬੇ 'ਚ ਉਹਨਾਂ ਨੂੰ ਸਾਨੂੰ ਕਿਉਂ ਮਿਲਦਾ। ਅਸੀਂ ਆਪਣੀਆਂ ਨਸਲਾਂ ਨੂੰ ਹੋਰ ਇਦਾਂ ਤਬਾਹ ਨਹੀਂ ਕਰ ਸਕਦੇ। ਸਹੀ ਹੈ ਇਹ ਕਿ ਵੋਟ ਅਸੀਂ ਇਸਤੇਮਾਲ ਕਰਨਾ, ਆਪਣਾ ਹੱਕ ਇਸਤੇਮਾਲ ਕਰਨਾ 8 ਫਰਵਰੀ ਨੂੰ। ਇਹ ਜਿਵੇਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਇਦਾਂ ਆਉਣ ਦਾ ਫਾਇਦਾ ਕੋਈ ਨਹੀਂ ਹੈਗਾ। ਲੇਕਿਨ ਅਸੀਂ ਅਗਰ ਸਾਰੀ ਕੌਮ ਮਿਲ ਕੇ ਇਸ ਚੀਜ਼ ਨੂੰ ਰੋਕੀਏ ਤਾਂ ਅਸੀਂ ਇਸ ਨੂੰ ਰੋਕ ਸਕਦੇ ਹਾਂ। ਤੁਹਾਨੂੰ ਪਤਾ ਹੈ ਕੋਈ ਕੁਛ ਨਹੀਂ ਤੁਹਾਡਾ ਕਰ ਸਕਦਾ। ਇੱਕ ਵੋਟ ਵੇਖੋ ਕਿਹਨੂੰ ਦੇਣਾ, ਆਪਣੇ ਦਿਲ ਤੋਂ ਸੋਚੋ, ਆਪਣੇ ਮਾਮੇ ਚਾਚੇ ਪਿੱਛੇ ਆ ਕੇ ਵੋਟ ਨਹੀਂ ਦੇਣਾ ਹੈ। ਕੀ ਹੈ ਅਸੀਂ ਨਹੀਂ ਇਦਾਂ ਹੋਰ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਨਹੀਂ ਢੋਲ ਸਕਦੇ। ਅਗਰ ਅਸੀਂ ਸਾਰੇ ਇਹ ਸੋਚਾਂਗੇ ਯਾਰ ਅਸੀਂ ਨਹੀਂ ਕਰਦੇ ਤਾਂ ਕੋਈ ਫੇਰ ਕਰ ਲਾਂਗੇ, ਕਿਸੇ ਨੂੰ ਤਾਂ ਖਲੋਣਾ ਪਏਗਾ ਨਾ, ਕਿਸੇ ਨੂੰ ਤਾਂ ਸੋਚਣਾ ਪਏਗਾ ਨਾ। ਸਾਨੂੰ ਅੱਜ ਫੈਸਲਾ ਕਰਨਾ ਪਏਗਾ ਆਪਣੀਆਂ ਨਸਲਾਂ ਬਚਾਉਣ ਵਾਸਤੇ। ਅਸੀਂ ਆਜ਼ਾਦ ਹਾਂ, ਸਾਡਾ ਦੀਨ ਸਾਨੂੰ ਆਜ਼ਾਦ ਕਰਦਾ। ਜੇ ਅਸੀਂ ਕਲਮਾ ਪੜ੍ਹ ਲਿਆ ਲਾ ਇਲਾਹਾ ਇਲੱਲਾ ਤੇ ਉਹਦਾ ਪਿੱਛੇ ਮਤਲਬ ਕੀ ਹੈ ਕਿ ਅਸੀਂ ਕਿਸੇ ਹੋਰ ਨੂੰ ਨਹੀਂ ਮੰਨਦੇ ਹੈਗੇ ਸਿਵਾਏ ਅੱਲਾਹ ਤੋਂ। ਅੱਲਾਹ ਹੀ ਸਾਡਾ ਮਾਲਿਕ ਹੈ, ਉਹਨੇ ਹੀ ਜ਼ਿੰਦਗੀ ਦਿੱਤੀ, ਉਹਨੇ ਹੀ ਮੌਤ ਦੇਣੀ, ਉਹਨੇ ਮੌਤ ਤੋਂ ਬਾਅਦ ਹਯਾਤ ਦੇਣੀ। ਬਸ ਇਸ ਖੌਫ ਆਪਣੇ ਨੂੰ ਖਤਮ ਕਰੋ ਤੇ ਵੋਟ ਆਪਣਾ ਵੋਟ ਕਿਸੇ ਚੌਧਰੀ ਪਿੱਛੇ ਨਹੀਂ ਦੇਣਾ। ਅਗਰ ਚੌਧਰੀ ਕੋਈ ਆਣ ਕੇ ਕਹਿੰਦਾ ਵੀ ਫਲਾਣੇ ਬੰਦੇ ਨੂੰ ਵੋਟ ਦੇ, ਤੇਰਾ ਦਿਲ ਕਹਿੰਦਾ ਬੰਦਾ ਇਮਾਨਦਾਰ ਨਹੀਂ ਹੈਗਾ, ਉਹਨੂੰ ਵੋਟ ਨਹੀਂ ਦੇਣਾ। ਅਗਰ ਤੂੰ ਵੋਟ ਦੇਂਗਾ ਤਾਂ ਤੂੰ ਮੁਸਲਮਾਨਾਂ ਤੇ ਮਜ਼ਲੂਮਾਂ ਤੇ ਜ਼ੁਲਮ ਕਰੇਗਾ। ਮੁਸਲਮਾਨਾਂ ਤੇ ਮਜ਼ਲੂਮਾਂ ਤੇ ਜ਼ੁਲਮ ਨਾ ਕਰੋ, ਇਹ ਮੁਸਲਮਾਨਾਂ ਦਾ ਮੁਲਕ ਹੈ। ਅਸੀਂ ਈਮਾਨ ਸਾਡੇ 'ਚ ਹੋਣਾ ਚਾਹੀਦਾ ਯਾਰ। ਸਾਡੇ ਈਮਾਨ ਕਮਜ਼ੋਰ ਹੋ ਗਏ ਪੈਸੇ ਵਾਸਤੇ, ਫਿਰ ਵੀ ਅਸੀਂ ਜ਼ਲੀਲ ਹੋ ਰਹੇ ਹਾਂ। ਲੇਕਿਨ ਇਹ ਕਿ ਆਪਣੇ ਈਮਾਨ ਨਾਲ ਇੱਕ ਵੋਟ ਦੇ ਕੇ ਵੇਖੋ, ਈਮਾਨਦਾਰ ਲੀਡਰ ਮੁੰਤਖਬ ਕਰਕੇ ਵੇਖੋ। ਇਸ ਟਾਈਮ ਫੈਸਲਾ ਕਰੋ ਕਿ ਅਸੀਂ ਆਪਣਾ ਵੋਟ ਹੈ ਕਿ ਕਿਸੇ ਚੌਧਰੀ ਪਿੱਛੇ ਨਹੀਂ ਦੇਣਾ। ਗੱਲ ਫੇਰ ਵੀ ਹੋਈ ਕਿ ਵੋਟ ਹੈ ਕਿ ਗਲਤ ਬੰਦੇ ਨੂੰ ਨਹੀਂ ਦੇਣਾ, ਹੈ ਕਿ ਅਸੀਂ ਨਿਜ਼ਾਮ ਨੂੰ ਅਸੀਂ ਬਦਲਣਾ ਹੈ। ਅਸੀਂ ਹੋਰ ਜ਼ਲਾਲਤ ਬਰਦਾਸ਼ਤ ਨਹੀਂ ਕਰ ਸਕਦੇ। ਅਸੀਂ ਬਾਹਰ ਕਿਸੇ ਮੁਲਕ 'ਚ ਜਾਂਦੇ ਹਾਂ, ਟਰੈਵਲ ਕਰਕੇ ਵੇਖੋ ਨਾ, ਪਾਕਿਸਤਾਨੀਆਂ ਨੂੰ ਵੇਖ ਕੇ ਕਿਵੇਂ ਅਗਲੇ ਸਾਈਡਾਂ ਤੇ ਲੈਣਾ ਤੇ ਲਾ ਲੈਂਦੇ ਨੇ, ਵੀ ਚੈੱਕ ਕਰੋ ਕਿਉਂ ਨਹੀਂ ਇੱਜ਼ਤ ਹੈਗੀ। ਸਾਡਾ ਗੈਰਤਮੰਦ ਲੀਡਰ ਨਹੀਂ ਹੈਗਾ। ਅਸੀਂ ਆਪਣੇ ਮੁਲਕ ਨੂੰ ਹੋਰ ਜ਼ਲੀਲ ਨਹੀਂ ਕਰ ਸਕਦੇ, ਆਪਣੀ ਨਸਲਾਂ ਨਹੀਂ ਤਬਾਹ ਕਰ ਸਕਦੇ। ਵੋਟ ਹੈ ਕਿ ਦੇਣਾ ਤੇ ਇਮਾਨਦਾਰ ਬੰਦੇ ਨੂੰ ਦੇਣਾ, ਤੇ ਤੁਸੀਂ ਜਿੰਨੇ ਵੋਟ ਹੈ ਕਿ ਗਲਤ ਬੰਦੇ ਨੂੰ ਦੇਣਾ ਨਾ, ਉਹਨੇ ਆਪਣੀਆਂ ਨਸਲਾਂ ਆਉਣ ਵਾਲੀਆਂ ਤੇ ਜ਼ੁਲਮ ਕਰਨਾ, ਮਜ਼ਲੂਮਾਂ ਤੇ ਜ਼ੁਲਮ ਕਰਨਾ। ਵੋਟ ਦੇਣਾ ਸੱਚੇ ਬੰਦੇ ਨੂੰ, ਠੀਕ ਹੈ, ਡਰਨਾ ਸਿਰਫ ਰੱਬ ਕੋਲੋਂ ਹੈ। ਬਾਕੀ ਜਨਾਬ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤੇ ਆਪਣੇ ਹਰ ਅਜ਼ੀਜ਼ ਰਿਸ਼ਤੇਦਾਰ ਤੇ ਦੋਸਤ ਤੱਕ ਇਹ ਵੀਡੀਓ ਪਹੁੰਚਾਇਓ, ਸ਼ੇਅਰ ਕਰਿਓ ਕਿ ਯਾਰ ਸਾਨੂੰ ਹੈ ਕਿ ਆਪਣਾ ਵੋਟ ਕਿਵੇਂ ਇਸਤੇਮਾਲ ਕਰਨਾ ਹੈ। ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਹੁਣ ਤੁਹਾਨੂੰ ਇਸ ਚੈਨਲ ਤੇ ਸਿਰਫ ਉਹੀ ਵੀਡੀਓ ਮਿਲਣਗੀਆਂ ਜਿਸ 'ਚ ਸਾਨੂੰ ਫਾਇਦਾ ਹੋਏਗਾ ਗੈਰਤਮੰਦ ਕੌਮ ਬਣਨ ਲਈ। ਅਸੀਂ ਬਸ ਹੁਣ ਹੱਕ ਦਾ ਸਾਥ ਦੇਵਾਂਗੇ ਤੇ ਹੱਕ ਦੀ ਗੱਲ ਹੀ ਹੋਏਗੀ। ਬਸ ਬਹੁਤ ਸਹਿ ਲਿਆ, ਬਹੁਤ ਸੁਣ ਲਿਆ, ਬਹੁਤ ਕਰ ਲਿਆ, ਹੁਣ ਉਹ ਹੀ ਹੋਏਗਾ ਜੋ ਹੱਕ ਦੀ ਗੱਲ ਹੈ ਤੇ ਹੱਕ ਦੇ ਨਾਲ ਹੀ ਖਲੋਵਾਂਗੇ। ਬਸ ਇਹ ਪੈਗਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਕਿ ਆਪਣੇ ਵੋਟ ਨੂੰ ਇਸਤੇਮਾਲ ਕਰੋ ਤੇ 8 ਫਰਵਰੀ ਨੂੰ ਇਸ ਨਿਜ਼ਾਮ ਨੂੰ ਬਦਲ ਦਿਓ ਤੇ ਇਹ ਸਾਬਤ ਕਰ ਦਿਓ ਕਿ ਅਸੀਂ ਇੱਕ ਗੈਰਤਮੰਦ ਕੌਮ ਹਾਂ ਤੇ ਗੈਰਤਮੰਦ ਕੌਮ ਬਣ ਕੇ ਜੀਵਾਂਗੇ। ਗੁਲਾਮੀ ਨਹੀਂ ਬਰਦਾਸ਼ਤ ਕਿਸੇ ਦੀ, ਹੁਣ ਨਹੀਂ। ਅਸੀਂ ਅੱਜ ਨਾ ਆਪਣਾ ਆਪ ਬਦਲਿਆ ਨਾ ਤੇ ਅਸੀਂ ਕੱਲ ਵੀ ਨਹੀਂ ਬਦਲ ਸਕਦੇ, 5 ਸਾਲ ਤੱਕ ਕੁਛ ਵੀ ਨਹੀਂ ਕਰ ਸਕਦੇ। ਜੇ ਅੱਜ ਅਸੀਂ ਇਹੀ ਸੋਚਿਆ ਤਾਂ ਅਸੀਂ ਅਗਲੇ 5 ਸਾਲਾਂ ਨੂੰ ਵੀ ਇਹੀ ਸੋਚਾਂਗੇ ਤੇ ਹੁਣਾ ਕੁਛ ਵੀ ਨਹੀਂ। ਫੈਸਲਾ ਕਰਨਾ ਪਏਗਾ, ਫੈਸਲਾ ਕਰਨਾ ਇਸ ਨਿਜ਼ਾਮ ਨੂੰ ਬਦਲਣ ਦਾ।